ਤੁਹਾਨੂੰ ਲੱਗਦਾ ਕੁਰਸੀ ਦੀ ਲੜਾਈ ਦੇ ਵਿੱਚ ਪੰਜਾਬ ਦਾ ਅਸਲ ਮੁੱਦਾ ਗੁੰਮ ਚੁੱਕਿਆ ਹੈ? ਬਿਲਕੁਲ ਟੋਟਲੀ ਗੁੰਮ ਚੁੱਕਿਆ ਕਿ ਜੇ ਪੰਜਾਬ ਦੇ ਜਿਹੜੇ ਮਸਲੇ ਹੱਲ ਹੋ ਸਕਦੇ ਨੇ ਭਾਜਪਾ ਹੀ ਕਰ ਸਕਦੀ ਹੈ, ਬਾਕੀ ਕਿਸੇ ਪਾਰਟੀ ਕੋਲ ਕੁਝ ਦੇਣ ਨੂੰ ਨਹੀਂ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ। ਮੈਂ ਹਾਂ ਨੀਰੂ ਬਿਜਲਵਾਨ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਸਾਡੇ ਨਾਲ ਗੁਰਮੀਤ ਸੋਢੀ ਜੀ ਇੱਥੇ ਮੌਜੂਦ ਨੇ। ਰਾਣਾ ਜੀ 4 ਵਾਰ ਕਾਂਗਰਸ ਤੋਂ ਵਿਧਾਇਕ ਰਹੇ ਹੋ, ਹੈਨਾ। ਹੁਣ ਅੱਜ ਮੰਚ ਸਾਂਝਾ ਕੀਤਾ ਭਾਜਪਾ ਦੇ ਨਾਲ। ਇੱਕ ਮੰਚ ਸਾਂਝਾ ਕਰਨ ਤੋਂ ਬਾਅਦ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਿਲ ਹੁੰਦੇ ਹੋਏ, ਸਾਂਝਾ ਮੰਚ ਕਰਦੇ ਹੋਏ ਕਿਹੋ ਜਿਹੀ ਫੀਲਿੰਗਸ ਰਹੀਆਂ ਨੇ? ਬਹੁਤ ਅੱਛੀ ਫੀਲਿੰਗ ਹੋਈ ਹੈ ਜੀ। ਇਹ ਮਹਿਸੂਸ ਹੋ ਰਿਹਾ ਹੈ ਕਿ ਉਸ ਪਾਰਟੀ ਦਾ ਮੈਂ ਦਾਮਨ ਪਕੜਿਆ ਹੈ ਕਿ ਜਿਹੜੀ ਲੋਕਾਂ ਦੇ ਬਾਰੇ, ਪੰਜਾਬ ਦੇ ਬਾਰੇ ਬੜੀ ਪੋਜ਼ਿਟਿਵ ਸੋਚ ਰੱਖ ਰਹੀ ਹੈ ਔਰ ਉਹਨਾਂ ਦੇ ਇੱਕ ਇੰਪਲੀਮੈਂਟ ਕਰਨ ਦਾ ਉਹਨਾਂ ਦਾ ਇੱਕ ਟੀਚਾ ਹੈ ਕਿ ਜੋ ਪ੍ਰੋਗਰਾਮ ਉਹ ਉਲੀਕ ਰਹੇ ਨੇ ਉਹਦੇ ਨਾਲ ਪੰਜਾਬ ਖੁਸ਼ਹਾਲ ਹੋਏਗਾ। ਕੈਪਟਨ ਤੇ ਕਾਫੀ ਨਜ਼ਦੀਕੀ ਰਹੇ, ਫਿਰ ਪੰਜਾਬ ਲੋਕ ਕਾਂਗਰਸ ਨਹੀਂ ਭਾਜਪਾ ਕਿਉਂ? ਦੇਖੋ, ਕੈਪਟਨ ਸਾਹਿਬ ਦੇ ਮੈਂ ਤੱਕ ਨਜ਼ਦੀਕ ਅੱਜ ਵੀ ਹਾਂ। ਮੇਰਾ ਕੋਈ ਕੈਪਟਨ ਸਾਹਿਬ ਦੇ ਨਾਲ ਡਿਫਰੈਂਸ ਆਫ ਓਪੀਨੀਅਨ ਨਹੀਂ ਹੈ। ਉਹ ਭਾਜਪਾ ਦੇ ਅਲਾਇੰਸ 'ਚ ਨੇ, ਕੁਝ ਸੀਟਾਂ ਉਹਨਾਂ ਨੇ ਲੜਨੀਆਂ, ਕੁਝ ਭਾਜਪਾ ਨੇ ਲੜਨੀਆਂ ਨੇ। ਸੋ ਆਈ ਚੋਜ਼ ਟੂ ਬੀ ਵਿਦ ਇਨ ਦਾ ਭਾਜਪਾ। ਸੋ ਆਵਰ ਮੋਟੋ ਇਜ਼ ਸੇਮ ਟੂ ਕਿ ਵੀ ਅਸੀਂ ਪੰਜਾਬ ਨੂੰ ਡਰੱਗ ਫਰੀ, ਬੜਾ ਖੁਸ਼ਹਾਲ, ਜਿੱਥੇ ਅਨਐਮਪਲੋਇਮੈਂਟ ਬਹੁਤ ਜ਼ਿਆਦਾ ਹੈ ਉਸ ਐਮਪਲੋਇਮੈਂਟ ਨੂੰ ਹੋਰ ਜਨਰੇਟ ਕਰੀਏ। ਜੋ ਵੀ ਕਮੀਆਂ ਨੇ ਉਹ ਆਉਣ ਵਾਲੇ ਸਮੇਂ 'ਚ ਜਿਹੜੇ 2022 ਤੋਂ 2027 ਇਹਨਾਂ 5 ਸਾਲਾਂ 'ਚ ਅਸੀਂ ਉਹ ਟੀਚਾ ਪੂਰਾ ਕਰਨਾ ਚਾਹੁੰਦੇ ਹਾਂ। ਕਿਹਾ ਜਾ ਰਿਹਾ ਕਿ ਤੁਸੀਂ ਭਾਜਪਾ 'ਚ ਸ਼ਾਮਿਲ ਹੋਏ ਉਸ ਤੋਂ ਥੋੜੀ ਦੇਰ ਪਹਿਲੇ ਹੀ ਤੁਸੀਂ ਕਾਂਗਰਸ ਛੱਡੀ ਤੇ ਕਿਹਾ ਗਿਆ ਕਿ ਕਿਤੇ ਨਾ ਕਿਤੇ ਡਰ ਸੀ, ਬਹੁਤ ਜ਼ਿਆਦਾ ਡਰ ਸੀ, ਕਿਤੇ ਕਰਪਸ਼ਨ ਦੇ ਚਾਰजेस ਬਹੁਤ ਜ਼ਿਆਦਾ ਸੀ ਤੇ ਉਹ ਕਾਰਨਾਂ ਕਰਕੇ ਅਸੀਂ ਡਰ ਕੇ ਜੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ। ਕਿਸ ਤੋਂ ਡਰ ਸੀ ਮੈਨੂੰ? ਕਿਸ ਤੋਂ ਡਰ ਸੀ? ਕਿਸ ਤੋਂ ਡਰਾਂਗਾ ਮੈਂ? ਭਾਜਪਾ ਤੋਂ? ਭਾਜਪਾ ਦੇ ਨਾਲ ਮੇਰਾ ਕੀ ਡਰ ਸੀ? ਮੈਂ ਭਾਜਪਾ ਜੁਆਇਨ ਕੀਤੀ ਹੈ ਆਪਣੇ ਦਿਲ ਤੋਂ, ਆਪਣੇ ਦਿਮਾਗ ਤੋਂ ਫੈਸਲਾ ਕਰਕੇ, ਨਿਰਣੈ ਕਰਕੇ, ਨਾ ਕਿ ਅੰਡਰ ਕੋਈ ਡਰ। ਮੈਨੂੰ ਭਾਜਪਾ ਨੇ ਕਦੇ ਵੀ ਡਰਾਉਣਾ? ਭਾਜਪਾ ਤੋਂ ਮੈਂ ਕਿਉਂ ਡਰਾਂਗਾ? ਦੈਟ ਇਜ਼ ਅ ਰਿਊਮਰ। ਸੁਨੀਲ ਜਾਖੜ ਨੇ ਤੁਹਾਡੇ ਉੱਤੇ ਕਰਪਸ਼ਨ ਦੇ ਚਾਰजेस ਲਾਏ ਸੀ ਕਿ ਜ਼ਮੀਨ ਦੇ ਵੱਖ-ਵੱਖ ਵਸੂਲਣੇ ਦੇ। ਮੈਡਮ, ਪਹਿਲਾਂ ਮੈਂ ਦੱਸ ਰਿਹਾ, ਮੈਂ ਆਪਣੀ ਜ਼ਮੀਨ, ਤੁਸੀਂ ਆਪਣੇ ਘਰ ਦਾ ਜੇ ਮੁਆਵਜ਼ਾ ਮੰਗੋ ਤੇ ਤੁਸੀਂ ਕਰਪਸ਼ਨ ਹੈ? ਵਨ ਮਸਟ ਅੰਡਰਸਟੈਂਡ ਵਾਟ ਇਜ਼ ਕਰਪਸ਼ਨ। ਕਰਪਸ਼ਨ ਦਾ ਮਤਲਬ ਹੀ ਤਾਂ ਸਮਝਣ, ਠੀਕ ਹੈ। ਮੈਂ ਆਪਣੀ ਜ਼ਮੀਨ ਦਾ, ਜਿਹੜੀ ਮੇਰੀ ਪਿਤਾ ਪੁਰਖੀ ਜ਼ਮੀਨ ਹੈ, ਔਰ ਮੈਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿੱਤਿਆ ਹੈ। ਇਸ ਵੇਲੇ ਵੀ ਮਸਲਾ ਸਬ ਜੁਡਿਸ ਹੈ ਔਰ ਉਹਦੇ ਤੇ ਜੇ ਮੈਂ ਆਪਣਾ ਕੰਪਨਸੇਸ਼ਨ ਲੈ ਰਿਹਾ ਤਾਂ ਉਹ ਮੇਰੇ ਤੇ ਕਿਸ ਚੀਜ਼ ਦਾ ਇਲਜ਼ਾਮ ਹੈ? ਇਟ ਇਜ਼ ਆਲ ਰਿਊਮਰਸ who wanted to put me down politically. So ਮੈਂ ਐਸੀਆਂ ਗੱਲਾਂ ਨੂੰ ਸੁਣੇ ਕਰ ਦੇਣਾ। ਕਿਉਂਕਿ ਜਦ ਆਪਾਂ ਕਾਂਗਰਸ ਦੇ ਵਿਚਕਾਰ ਸੀ, ਕਾਂਗਰਸ ਦੇ ਵਿਚਕਾਰ ਰਹਿ ਕੇ ਪੰਜਾਬ ਮਾਡਲ ਵੱਖਰਾ ਸੀਗਾ। ਬਹੁਤ ਸਾਰੇ ਲੋਕ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਕਿਉਂਕਿ ਤੁਸੀਂ ਹੁਣ ਭਾਜਪਾ ਦੇ ਨਾਲ ਸ਼ਾਮਿਲ ਹੋ ਗਏ। ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ ਵੱਖਰਾ ਹੈਗਾ, ਨਵਜੋਤ ਸਿੰਘ ਸਿੱਧੂ ਦਾ ਹੈ। ਹੁਣ ਨਵਾਂ ਪੰਜਾਬ ਭਾਜਪਾ ਦੇ ਨਾਲ ਕਿਸ ਤਰ੍ਹਾਂ ਦਾ ਮਾਡਲ ਹੋਵੇਗਾ? ਮਾਡਲ ਜਦੋਂ ਪਾਰਟੀ ਦਾ ਹੁੰਦਾ ਨਾ, ਇੱਕ ਮਾਡਲ ਹੁੰਦਾ ਹੈ। ਇਹ ਨਹੀਂ ਹੈਗਾ ਵੀ ਪਾਰਟੀ ਦੇ ਵਿੱਚ ਅਗਰ 18 ਵਜ਼ੀਰ ਨੇ ਤਾਂ 18 ਮਾਡਲ ਬਣ ਜਾਣਗੇ, ਜੇ 20 ਲੀਡਰ ਨੇ ਤਾਂ 20 ਮਾਡਲ ਬਣ ਜਾਣਗੇ। ਇੱਕ ਮਾਡਲ ਹੁੰਦਾ, ਹਰ ਇੱਕ ਪਾਰਟੀ ਦੇ ਵਿੱਚ ਇੱਕ ਲੀਡਰ ਔਰ ਉਹਦਾ ਮਾਡਲ ਜਾਂ ਇੱਕ ਪਾਰਟੀ ਦਾ ਮਾਡਲ ਹੁੰਦਾ। ਤੁਸੀਂ ਹਰ ਬੰਦਾ ਆਪਦਾ ਮਾਡਲ ਨਹੀਂ ਕ੍ਰੀਏਟ ਕਰ ਸਕਦਾਗਾ। ਭਾਜਪਾ ਦਾ ਇੱਕ ਮਾਡਲ ਹੈ, ਮੈਂ ਅੱਜ ਭਾਜਪਾ ਦੀ ਗੱਲ ਕਰ ਰਿਹਾ। ਭਾਜਪਾ ਦਾ ਮਾਡਲ ਹੈ ਕਿ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਕਰਨਾ ਹੈ, ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਔਰ ਪੰਜਾਬ ਦੇ ਵਿੱਚ ਅਮਨ ਚੈਨ ਰੱਖਣਾ ਹੈ। ਇਹ ਮਾਡਲ ਹੈ। 2017 ਦੀ ਚੋਣਾਂ ਦੇ ਵਕਤ ਪੰਜਾਬ ਦੇ ਵਿੱਚ ਕਾਂਗਰਸ ਨੇ ਜਦਾਣਾ ਸੀ, ਇਹੀ ਵਾਅਦੇ ਤੇ ਸਰਕਾਰ ਬਣਾਈ ਗਈ ਸੀਗੀ, ਇਹੀ ਵਾਅਦੇ ਕਹੇ ਗਏ ਸੀ, ਇਹੀ ਪੰਜਾਬ ਮਾਡਲ ਦੱਸਿਆ ਗਿਆ ਸੀ। ਹੁਣ ਕਾਂਗਰਸ ਜੇ ਹੈਗੀ ਹੈ, ਕਿਤੇ ਨਾ ਕਿਤੇ ਤੁਹਾਡੇ ਮਤਭੇਦ ਰਹੇ ਨੇ ਕਿ ਹੁਣ ਤੁਹਾਨੂੰ ਉਹ ਭਾਜਪਾ ਦਾ ਮਾਡਲ ਵਧੀਆ ਲੱਗਦਾ, ਕਾਂਗਰਸ ਦਾ ਮਾਡਲ ਮੈਨੂੰ ਵਧੀਆ ਨਹੀਂ ਲੱਗਦਾਗਾ। ਮੈਂ ਆਈ ਬਿਲੀਵ ਇਨ ਇੰਪਲੀਮੈਂਟੇਸ਼ਨ। ਜਿਹੜਾ ਮਾਡਲ ਦਿੱਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ, ਪੰਜਾਬ ਦੇ ਲੋਕਾਂ ਨੇ ਵਰਡਿਕਟ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀ, ਨਾ ਕਿ ਮੌਜੂਦਾ ਗਵਰਨਮੈਂਟ ਨੂੰ। ਜਿਹੜੀ ਹੁਣ ਗਵਰਨਮੈਂਟ ਹੈ, ਦੈਟ ਇਜ਼ ਏ ਕ੍ਰੀਏਟਡ ਬਾਈ ਦੀ ਹਾਈ ਕਮਾਂਡ। ਜਿਹੜਾ ਵਰਡਿਕਟ ਹੈ ਲੋਕਾਂ ਨੇ, ਉਹਦੇ 'ਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਰਡਿਕਟ ਦਿੱਤਾ ਸੀ। ਫਿਰ 4.5 ਸਾਲ ਤੋਂ ਬਾਅਦ ਉਹਨਾਂ ਵਿਧਾਇਕਾਂ ਨੇ ਜਿਨ੍ਹਾਂ ਨੂੰ ਉਹਨਾਂ ਤੇ ਕੁਰਸੀ ਤੇ ਬਿਠਾਇਆ ਸੀ, ਲਾਂਭੇ ਕਿਉਂ ਕੀਤਾ? ਉਹਨਾਂ ਦੇ ਕੈਬਨਿਟ ਮਿਨਿਸਟਰ ਨੂੰ ਸਾਈਡ ਤੇ ਕਿਉਂ ਪਾਇਆ? These are the personal issues and personal rivalries, political rivalries and personal political opponents.
there's nothing beyond ਸਾਢੇ that. 4 ਸਾਲ ਦੇ ਵਿਚਕਾਰ ਕਿਉਂ ਨਹੀਂ ਇਹ ਵਿਧਾਇਕ ਹੁੰਦੇ ਨੇ? ਦੇਖੋ 4.5 ਸਾਲ ਕੋਈ ਵੀ ਚੀਜ਼ ਕਿਸੇ ਚੀਜ਼ ਨੂੰ ਪੂਰਾ ਕਰਨ ਵਾਸਤੇ ਵਕਤ ਚਾਹੀਦਾ ਹੈ। ਅਗਰ ਅੱਜ ਅਸੀਂ ਘਰ ਵੀ ਬਣਾਉਣਾ ਹੈ ਤਾਂ ਉਹ ਵੀ 3 ਸਾਲ 'ਚ ਬਣਦਾ ਹੈ, ਜਿਹਦੇ 4 ਬੈਡਰੂਮ ਹੁੰਦੇ ਨੇ। ਤੇ ਜੇ ਪੰਜਾਬ ਨੂੰ ਕਰੈਕਸ਼ਨ 'ਚ ਕੁਝ ਕੰਮ ਹੋਏ, ਕੁਝ ਅੰਡਰ ਇਨ ਪਾਈਪਲਾਈਨ ਸੀਗੇ, ਔਰ ਅਸੀਂ ਕਿਹਾ ਵੀ ਕੈਪਟਨ ਸਾਹਿਬ ਨੇ ਨਾ ਇਹ 4 ਸਾਲਾਂ 'ਚ ਕਰਨੇ ਸੀ, ਵਿੱਚ ਕੋਵਿਡ ਹੈ। ਕੈਪਟਨ ਸਾਹਿਬ had very clear intentions ਤੁਸੀਂ to ਕਹਿ ਰਹੇ ਹੋ do COVID ਦੇ whatever he ਕਰਕੇ। has committed for the ਤੁਸੀਂ ਕਹਿ ਰਹੇ ਹੋ ਕਰੋਨਾ ਕਰਕੇ ਉਹ ਚੀਜ਼ਾਂ ਪੂਰੀ ਨਹੀਂ ਹੋਈਆਂ। bill. There are reasons, ਪਰ ਤੁਹਾਨੂੰ ਵੀ ਨਵਜੋਤ ਸਿੰਘ ਪਤਾ ਹੈ। ਸਿੱਧੂ ਕਹਿੰਦੇ ਤੇ ਮਜੀਠੀਆ ਤੇ FIR ਤਾਂ ਪਹਿਲੇ ਦਰਜ ਹੋਣੀ ਚਾਹੀਦੀ ਸੀ, ਲੇਕਿਨ ਹੁਣ ਅਸੀਂ ਕਰਵਾਈ ਹੈਗੀ। ਚਲੋ। ਅਸੀਂ DGP ਚੇਂਜ ਕੀਤਾ ਹੈ, DGP ਚੇਂਜ ਕੀਤਾ ਹੈ। ਮੇਰੀ ਗੱਲ ਸੁਣੋ ਨਾ, ਉਹਨਾਂ ਨੇ ਜੋ ਵੀ ਕੀਤਾ ਹੈ, ਜੇ ਮਜੀਠੀਆ ਤੇ ਉਹਨਾਂ ਨੇ FIR ਕੀਤੀ ਹੈ ਤਾਂ ਹੁਣ ਉਹਦਾ ਰਿਜ਼ਲਟ ਕੱਢਣ। ਲੈਟ ਅਸ ਕੈਚ ਮਜੀਠੀਆ ਫਸਟ, ਫਿਰ ਉਦੋਂ ਬਾਅਦ ਪਤਾ ਚੱਲੇਗਾ ਵੀ ਇਹਦੇ ਚ ਕੀ ਹੈ। ਮੈਟਰ ਸਬ ਜੁਡਿਸ, ਆਈ ਕਾਂਟ ਸਪੀਕ ਮੋਰ ਦੈਨ ਦੈਟ, ਕਿਉਂਕਿ ਮੈਂ FIR ਨਹੀਂ ਪੜ੍ਹੀ ਗਈ, ਮੈਨੂੰ ਉਹਦੀਆਂ ਡਿਟੇਲਿੰਗਸ ਨਹੀਂ ਪਤਾ ਹੈਗੀਆਂ ਗਿਆ। ਸੋ ਜਦੋਂ ਇਹਦੇ ਫੈਕਟਸ ਆਉਣਗੇ ਲੋਕਾਂ ਸਾਹਮਣੇ, ਪੀਪਲ ਵਿਲ ਐਗਰੀ ਕਿ ਜੇ ਫੈਕਟ ਹੈ ਤਾਂ ਠੀਕ ਹੈ। ਆਮ ਆਦਮੀ ਪਾਰਟੀ ਕਹਿੰਦੀ ਹੈ ਪੰਜਾਬ ਕਾਂਗਰਸ ਇਲੈਕਸ਼ਨ ਸਟੰਟ ਖੇਲੀ ਹੈ, ਅਕਾਲੀ ਦਲ ਕਹਿੰਦੇ ਕਿ ਬਦਲਾਖੋਰ ਦੀ ਰਾਜਨੀਤੀ ਤਹਿਤ FIR ਕੀਤੀ ਗਈ। ਤੁਸੀਂ ਕੀ ਕਹਿੰਦੇ ਹੋ? ਦੇਖੋ ਮੈਂ ਇਹ ਕਹਿ ਰਿਹਾ ਕਿ ਜਿਹੜੀ FIR ਹੋਈ ਹੈ ਉਹਦਾ ਰਿਜ਼ਲਟ ਓਰੀਐਂਟਡ ਹੋਣੀ ਚਾਹੀਦੀ ਹੈ। ਜੇ ਉਹਦੇ 'ਚ ਫੈਕਟਸ ਨੇ ਤਾਂ ਲੋਕਾਂ ਸਾਹਮਣੇ ਆ ਜਾਣਗੇ, ਲੋਕ ਇੰਤਜ਼ਾਰ 'ਚ ਬੈਠੇ ਨੇ। ਜੇ ਨਹੀਂ ਆਉਣਗੇ ਫਿਰ ਉਹ ਬਦਲਾਖੋਰੀ ਵੀ ਹੋ ਸਕਦੀ ਹੈ, ਲੇਕਿਨ ਜੇ ਲੋਕਾਂ ਨੂੰ ਦੱਸਤਾ, ਲੋਕ ਕਨਵਿੰਸ ਹੋ ਗਏ ਤਾਂ ਫੈਕਟਸ ਨੇ, ਪੀਪਲ ਵਿਲ ਐਪਰੀਸ਼ੀਏਟ। ਕਿਵੇਂ ਦੇਖਦੇ ਹੋ ਇਲੈਕਸ਼ਨਸ ਤੋਂ ਪਹਿਲੇ ਹੀ ਬੇਦਬੀਆਂ ਧਮਾਕੇ 1997 ਤੋਂ ਲੈ ਕੇ ਹੁਣ ਤੱਕ 12 ਧਮਾਕੇ ਹੋ ਚੁੱਕੇ ਹਨ, ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀਆਂ ਨੇ। ਕਿਵੇਂ ਦੇਖਦੇ ਹੋ? ਕਿਉਂਕਿ ਧਮਾਕੇ ਕਿਤੇ ਨਾ ਕਿਤੇ ਬਾਰਡਰ ਏਰੀਆ ਹੈਗਾ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਾਰ ਕਿਹਾ ਕਿ ਸੁਰੱਖਿਆ ਦਾ ਮੁੱਦਾ ਜੋ ਹੈ ਬਹੁਤ ਇੰਪੋਰਟੈਂਟ ਹੈ, ਉਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ, ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹਨਾਂ ਨੂੰ ਇੰਡੀਕੇਸ਼ਨ ਆਉਂਦੀ ਹੈ ਟਾਈਮ ਟੂ ਟਾਈਮ ਕਿ ਬੀ ਕੇਅਰਫੁਲ, ਬੀ ਵਿਜੀਲੈਂਟ। ਲੇਕਿਨ ਇਹਦਾ ਜਿਹੜੀ ਲੋਕਲ ਸਰਕਾਰ ਹੈ, ਜਿਹੜੀ ਸਟੇਟ ਨੂੰ ਚਲਾ ਰਹੀ ਹੈ, ਉਹਨਾਂ ਤੇ ਡਿਪੈਂਡ ਕਰਦਾ ਹੈ। ਮੈਨੂੰ ਜੇ ਕੋਈ ਕਹੇ ਜੀ ਵੀ ਤੁਸੀਂ ਬਾਹਰ ਨਾ ਨਿਕਲਣਾ, ਇੱਥੇ ਬਾਰਿਸ਼ ਬੜੀ ਤੇਜ਼ ਹੋ ਰਹੀ ਹੈ, ਫਿਰ ਮੈਂ ਨਿਕਲਾਂਗਾ, then I am doing it on my own risk. ਸੋ ਇਹ ਤਾਂ ਗਵਰਨਮੈਂਟ, ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ, ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਅਮਨ ਚੈਨ ਨੂੰ ਕਿਵੇਂ ਕਾਇਮ ਰੱਖਣਾ ਹੈ। ਲੁਧਿਆਣੇ 'ਚ ਆ ਕੇ ਸੈਂਟਰਲ ਗਵਰਨਮੈਂਟ ਨੇ ਥੋੜ੍ਹਾ ਆ ਕੇ ਪੁਲਿਸ ਲਗਾ ਦੇਣੀ ਹੈ ਜਾਂ ਉੱਥੇ ਫ੍ਰਿਸਕਿੰਗ ਕਰਨੀ ਹੈ, ਤਲਾਸ਼ੀ ਲੈਣੀ ਹੈ। ਇਹ ਤਾਂ ਇਹਨਾਂ ਦਾ ਕੰਮ ਹੈ। ਕੱਲ੍ਹ ਨੂੰ ਕਿਸੇ ਹੋਰ ਜਗ੍ਹਾ ਤੇ ਪਬਲਿਕ ਪਲੇਸ ਤੇ ਹਾਦਸਾ ਹੋ ਜਾਏਗਾ, ਫਿਰ ਅਸੀਂ ਕਹਾਂਗੇ ਜੀ ਤਾਂ ਸੈਂਟਰਲ ਗਵਰਨਮੈਂਟ ਨੇ ਕਰਵਾਤਾ। ਤਾਂ ਨਾਕਾਮੀ ਪੰਜਾਬ ਕਾਂਗਰਸ ਸਰਕਾਰ ਦੀ ਨਾਕਾਮੀ ਨਹੀਂ ਕਹਾਂ, ਮੈਂ ਕਹਾਂਗਾ ਦੇ ਆਰ ਨਾਟ ਇੰਟਰਸਟਿਡ। ਨਾਕਾਮੀ ਤਾਂ ਹੁੰਦੀ ਨਾ ਵੀ ਜੇ ਉਹਨਾਂ ਦੇ ਕੋਲ ਰਿਸੋਰਸਿਸ ਨਾ ਹੋਣ। ਦੇ ਹੈਵ ਗॉट ਐਵਰੀਥਿੰਗ। ਇਹ ਉਹਨਾਂ ਦੀ ਸੋਚ, ਪ੍ਰਾਇੋਰਟੀ ਨਹੀਂ ਹੈ ਕਿ ਅਸੀਂ ਪੰਜਾਬ ਦਾ ਅਮਨ ਚੈਨ ਨੂੰ ਕਾਇਮ ਰੱਖਣਾ, ਵਿਚ ਇਜ਼ ਅ ਨੀਡ ਆਫ ਦੀ ਆਵਰ। ਛੋਟੀ ਸਾਹਿਬ ਇੱਥੇ ਮੈਂ ਰੋਕਾਂਗੀ, ਕਿਉਂਕਿ ਜਦ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਕਰਕੇ ਚੰਨੀ ਸਾਹਿਬ ਨੂੰ ਲਾਇਆ ਗਿਆ, ਕਹਿੰਦੇ ਕਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਕਿਵੇਂ ਦੇਖਦੇ ਹੋ? ਉਸ ਤੋਂ ਪਹਿਲੇ ਮਸਲੇ ਨਹੀਂ ਹੱਲ ਹੁੰਦੇ ਸੀਗੇ, ਉਸ ਤੋਂ ਬਾਅਦ ਜੋ ਮਸਲੇ ਹੱਲ ਹੋਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਨੀਰੂ ਜੀ, ਕਿ ਇਹਦਾ ਫੈਸਲਾ ਤਾਂ ਲੋਕ ਥੋੜੇ ਦਿਨ ਰਹਿ ਗਏ। ਜਦੋਂ ਤੁਸੀਂ ਵੋਟ ਕਾਸਟ ਕਰਨ ਜਾਓਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਵੀ ਫੈਸਲੇ ਪਹਿਲਾਂ ਕੀ ਹੋਏ ਨੇ, ਹੁਣ ਕੀ ਹੋਏ ਨੇ ਤੇ ਅਗਾਂਹ ਕੀ ਹੋਣ ਜਾਣ ਵਾਲੇ ਨੇ। ਸੋ ਬਾਕੀ ਜਿਹੜੇ ਇਸ ਤਰ੍ਹਾਂ ਦੇ ਇਲੈਕਸ਼ਨ ਸਲੋਗਨਸ ਹੁੰਦੇ ਨੇ, ਜੁਮਲੇ ਹੁੰਦੇ ਨੇ, ਉਹ ਚੱਲਦੇ ਨੇ। ਲੈਟ ਅਸ ਸੀ ਕਿ ਉਹ ਜੁਮਲਿਆਂ 'ਚ ਸੱਚਾਈ ਕੀ ਹੈ, ਇਹ ਲੋਕ ਫੈਸਲਾ ਕਰਨਗੇ ਉਹਦਾ। ਹੁਣ ਭਾਜਪਾ ਜੁਆਇਨ ਜਦ ਕੀਤੀ ਹੈਗੀ ਹੈ, ਤਦ ਕਿੰਨੇ ਕਾਂਗਰਸੀ ਵਿਧਾਇਕਾਂ ਦੇ ਤੁਹਾਨੂੰ ਮੁਬਾਰਕਬਾਦ ਵਾਸਤੇ ਫੋਨ ਆਏ ਨੇ ਤੇ ਕਿੰਨੇ ਨੇ ਕਿਹਾ ਕਿ ਪਿੱਠ ਤੇ ਛੁਰਾ ਘੋਪਤਾ? ਦੇਖੋ ਮੇਰੀ ਗੱਲ ਨਹੀਂ ਸਮਝਦੇਗੀ ਜੀ। ਪਿੱਠ ਤੇ ਛੁਰਾ ਤਾਂ ਘੋਪੀਦਾ ਹੈ ਜੇ ਕੋਈ ਕੰਮ ਚੋਰੀ ਕਰੋ ਤਾਂ। ਮੈਂ ਤਾਂ ਦੱਸ ਕੇ ਗਿਆ ਹੈਗਾ ਮੈਂ ਜਾ ਰਿਹਾ। ਮੈਂ ਤਾਂ ਪਹਿਲਾਂ ਰੈਜ਼ਿਗਨੇਸ਼ਨ ਲੈਟਰ ਲਿਖ ਕੇ ਸੋਨੀਆ ਜੀ ਨੂੰ ਭੇਜਿਆ। ਮੈਂ ਜਿਹੜੇ ਸਾਡੇ ਪ੍ਰਭਾਰੀ ਨੇ ਹਰੀਸ਼ ਚੌਧਰੀ ਜੀ ਨੂੰ ਭੇਜਤਾ ਲੈਟਰ। ਤੇ ਇਹ ਪਿੱਠ 'ਚ ਕਿਹੜਾ ਛੁਰਾ ਘੋਪਣ ਵਾਲੀ ਗੱਲ? ਹਰੀਸ਼ ਰਾਵਤ ਜੀ ਦੀ ਗੱਲ ਕੀਤੀ ਹੈ, ਹੁਣ ਬਾਰ-ਬਾਰ ਕਹਿ ਰਹੇ ਕਿ ਕਾਂਗਰਸ ਦਾ ਜਿਤਨਾ ਵੀ ਚੀਜ਼ ਖਰਾਬ ਹੋ ਰਿਹਾ, ਕਿਤੇ ਨਾ ਕਿਤੇ ਰਾਵਤ ਸਾਹਿਬ ਦੀ ਉਸ ਤੇ ਬਹੁਤ ਚਰਚਾ ਹੈਗੀ ਹੈ। ਕਿੱਥੇ ਰਾਵਤ ਸਾਹਿਬ ਦੀ? ਕਿਸ ਤਰ੍ਹਾਂ ਜੀ? ਕਿ ਕਾਂਗਰਸ ਦਾ ਜਿੰਨਾ ਵੀ ਨੁਕਸਾਨ ਹੋ ਰਿਹਾ ਉਹ ਰਾਵਤ ਕਰਕੇ ਹੋ ਰਿਹਾ। ਕਿੰਨਾ ਕੁ ਦੇਖਦੇ ਹੋ? ਤਿਵਾਰੀ ਜੀ ਨੇ ਵੀ ਕੱਲ ਟਵੀਟ ਕੀਤਾ ਇਸ ਨੂੰ ਲੈ ਕੇ। ਰਾਵਤ ਦੀ? ਹਰੀਸ਼ ਰਾਵਤ ਜਾਂ ਹਰੀਸ਼ ਚੌਧਰੀ? ਹਰੀਸ਼ ਰਾਵਤ। ਦੇਖੋ ਹਰੀਸ਼ ਰਾਵਤ ਜੀ ਦਾ ਉੱਥੇ ਚਲੇ ਗਏ ਉੱਤਰਾਖੰਡ, ਉਹ ਤਾਂ ਆਪ ਸਾਫ਼ ਹੋ ਗਏ ਨੇ। ਉਹਨਾਂ ਨੇ ਹੁਣ ਕੀ ਨੁਕਸਾਨ ਕਰਨਾ? ਉਹਨਾਂ ਦੇ ਤਾਂ ਪੱਲੇ ਕੁਝ ਵੀ ਨਹੀਂ ਰਿਹਾ ਹੈਗਾ ਉੱਥੇ। ਉਹ ਤਾਂ ਹੁਣ ਆਪ ਰੋਈ ਜਾਂਦਾ ਹੈਗਾ ਕਿ ਵੀ ਮੇਰੇ ਨਾਲ ਵੀ ਜਾਤੀ ਹੋ ਗਈ। ਤੁਸੀਂ 4 ਵਾਰ ਵਿਧਾਇਕ ਵੀ ਰਹੇ ਹੋ, ਖੇਡ ਮੰਤਰੀ ਵੀ ਰਹੇ ਹੋ, ਕੈਬਨਿਟ ਮਿਨਿਸਟਰ ਵੀ ਰਹੇ ਹੋ, ਤੇ ਹੁਣ ਭਾਜਪਾ ਦੇ ਵਿਚਕਾਰ ਆਏ ਹੋ।
कि विधानसभा या फिर लोकसभा? देखो मैं आया भाजपा 'ਚ ਬਿਨਾਂ ਕਿਸੇ ਸ਼ਰਤ ਤੋਂ। ਮੈਂ ਆਇਆ ਭਾਜਪਾ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ, ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ। ਮੈਨੂੰ ਜੋ ਇਲੈਕਸ਼ਨ ਲੜਾਉਣਗੇ, ਜਿੱਥੋਂ ਵੀ ਲੜਾਉਣਗੇ, ਮੈਂ ਪਾਰਟੀ ਦਾ ਹੁਕਮ ਮੰਨਾਂਗਾ। ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਵਾਰ ਕਿਹਾ ਗਿਆ ਕਿ ਬਹੁਤ ਸਾਰੇ ਭਾਜਪਾ ਦੇ ਵਿਚਕਾਰ ਜੇ ਕਾਂਗਰਸੀ ਨੇਤਾਵਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਭਾਜਪਾ ਤੇ ਕਾਂਗਰਸੀ ਨੇਤਾਵਾਂ ਦੀ, ਤੇ ਜਿਵੇਂ ਕਿਸਾਨੀ ਅੰਦੋਲਨ ਖਤਮ ਹੋਵੇਗਾ ਉਹ ਸ਼ੁਰੂਆਤ ਹੋ ਜਾਵੇਗੀ। ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਤਾਂ ਕਿਵੇਂ ਕਹਿੰਦੇ ਹੋ ਕਿ ਹੋਰ ਵੀ ਕਾਂਗਰਸੀ ਨੇਤਾ ਆਉਣਗੇ? ਬਿਲਕੁਲ, ਅਸੀਂ ਭਾਜਪਾ ਨੂੰ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਸਾਰੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹਾਂ, ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰੋ। ਅਸੀਂ ਉਸ ਤੋਂ ਬਾਅਦ ਇਹ ਫੀਲਿੰਗ ਸਾਨੂੰ ਵੀ ਹੈ ਕਿ ਜੇ ਪੰਜਾਬ ਦੇ ਜਿਹੜੇ ਮਸਲੇ ਹੱਲ ਹੋ ਸਕਦੇ ਨੇ, ਭਾਜਪਾ ਹੀ ਕਰ ਸਕਦੀ ਹੈ। ਬਾਕੀ ਕਿਸੇ ਪਾਰਟੀ ਕੋਲ ਕੁਝ ਦੇਣ ਨੂੰ ਨਹੀਂ ਹੈ, ਸਿਰਫ ਲਿਫਾਫੇਬਾਜ਼ੀ ਹੈ। ਸਿਰਫ ਉਹਨਾਂ ਦਾ ਇਹ ਕਹਿਣਾ ਜੁਮਲਾ ਹੀ ਹੈ ਕਿ ਮੈਂ ਇਹ ਕਰੂੰਗਾ। ਕੇਜਰੀਵਾਲ ਜੀ ਕਹਿ ਕੇ ਮੈਂ ਹਰ ਔਰਤ ਨੂੰ 1000 ਰੁਪਇਆ ਦੇਵਾਂਗਾ। ਇਹ ਤਾਂ ਪੁੱਛੋ ਵੀ ਆਏਗਾ ਕਿੱਥੋਂ? ਲੇਕਿਨ ਅਗਰ ਅੱਜ ਮੋਦੀ ਸਾਹਿਬ ਕੋਈ ਗੱਲ ਕਹਿੰਦੇ ਨੇ ਤਾਂ ਉਹ ਕਿਸੇ ਪੁਆਇੰਟ ਤੇ ਗੱਲ ਕਰ ਰਹੇ ਨੇ, ਉਹ ਕਿਸੇ ਇਫੈਕਟਸ ਐਂਡ ਫਿਗਰਸ ਤੇ ਗੱਲ ਕਰਨਗੇ ਕਿ ਮੈਂ ਪੰਜਾਬ ਵਾਸਤੇ ਆ ਕਰ ਰਿਹਾ ਜਾਂ ਆ ਕਰੂੰਗਾ। ਜੀ, ਸੈਂਟਰਲ ਗਵਰਨਮੈਂਟ ਨੂੰ ਚਲਾ ਰਹੇ ਨੇ। ਅੱਜ ਸਾਨੂੰ ਪੰਜਾਬ ਦੇ ਵਿੱਚ ਵੋਟ ਲੈਣ ਵਾਸਤੇ ਜਾਤ ਪਾਤ ਨੂੰ ਧਿਆਨ 'ਚ ਰੱਖਣਾ ਪੈ ਰਿਹਾ। ਜਾਤ ਪਾਤ ਦੇ ਨਾਂ 'ਤੇ ਅਸੀਂ ਵੋਟਾਂ ਬਟੋਰ ਰਹੇ ਹਾਂ। ਵੋਟ ਜਿਹੜੀ ਹੈ ਪਾਰਟੀ ਉਹ ਕਾਮਯਾਬ ਹੁੰਦੀ ਹੈ ਜਾਂ ਪਾਰਟੀ ਪਲੇਟਫਾਰਮ ਤੇ ਵੋਟ ਪੈਂਦੀ ਹੈ ਜਾਂ ਲੀਡਰਸ ਦੇ ਨਾਮ ਨੂੰ ਪੈਂਦੀ ਹੈ। ਹਿੰਦੁਸਤਾਨ 'ਚ ਲੋਕਾਂ ਨੇ ਭਾਜਪਾ ਦੀ ਸਰਕਾਰ ਬਣਾਈ, ਭਾਜਪਾ ਦਾ ਪਲੇਟਫਾਰਮ ਸੀ। ਵੋਟ ਤਾਂ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਂ ਨੂੰ ਪਈ। ਪਿਛਲੀ ਦਫਾ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਦਿੱਤੀ। ਅੱਜ ਸਾਡੇ ਕੋਲ ਕੋਈ ਚਿਹਰਾ ਹੈਗਾ? ਤੁਹਾਡੇ ਕੋਲ ਕਾਂਗਰਸ ਦੇ ਕੋਲ ਕਿਹਦੇ ਨਾਂ ਤੇ ਵੋਟ ਲੈਣੀ? 4 5 6 ਚਿਹਰੇ ਖੜੇ ਕਰਾਂਗੇ ਜੀ, ਵੇਖੋ ਕਿਹੜਾ ਚਿਹਰਾ ਚੰਗਾ ਲੱਗਦਾ ਹੈ, ਉਹ ਉਸ ਕਮਿਊਨਿਟੀ ਦੇ ਆ ਕੇ ਉਹਨੂੰ ਵੋਟ ਪਾ ਜਾਓ। ਤੁਹਾਨੂੰ ਲੱਗਦਾ ਕੁਰਸੀ ਦੀ ਲੜਾਈ ਦੇ ਵਿੱਚ ਪੰਜਾਬ ਦਾ ਅਸਲ ਮੁੱਦਾ ਗੁੰਮ ਚੁੱਕਿਆ ਹੈ? ਬਿਲਕੁਲ, ਟੋਟਲੀ ਗੁੰਮ ਚੁੱਕਿਆ। ਭਾਵੇਂ ਕੋਈ ਵੀ ਪਾਰਟੀ ਹੋਵੇ, ਭਾਵੇਂ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ, 4-5 ਚਿਹਰੇ, ਕਿਉਂਕਿ ਤੁਸੀਂ ਕਿਹਾ 4-5 ਚਿਹਰੇ ਦੀ ਚਰਚਾ ਚੱਲ ਰਹੀ ਹੈ, ਉਹਨਾਂ ਨੂੰ ਮਨਾਉਣ ਵਾਸਤੇ ਅਹੁਦੇਦਾਰੀ ਦਿੱਤੀ ਜਾ ਰਹੀ ਹੈ, ਤੇ ਇਹ ਅਹੁਦੇਦਾਰੀਆਂ ਕਿੰਨੀ ਕੁ ਸਹੀ ਸਾਬਤ ਹੋਣਗੀਆਂ? ਇਹ ਤਾਂ ਇੱਕ ਟਾਈਮਲੀ ਮਲਮ ਪੱਟੀ ਜਿਹਨੂੰ ਕਹਿੰਦੇ ਨਾ ਫਸਟ ਏਡ ਹੈ। ਇਹਨਾਂ ਨਾਲ ਕੋਈ ਮਸਲੇ ਨਹੀਂ ਹੱਲ ਹੁੰਦੇ। ਅੱਛਾ, ਕਿੰਨਾ ਕੁ ਮੰਨਦੇ ਹੋ ਕਿ ਸਿੱਖਾਂ ਦੇ ਨਾਲ ਨੇੜਤਾ ਜੋੜਨ ਦੇ ਲਈ ਜੇ ਹੈ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਹੈਗਾ? ਬਿਲਕੁਲ, ਇਹਦੇ 'ਚ ਕੋਈ ਫੈਕਟ ਨਹੀਂ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਿਹੜੇ ਰਾਜਕਾਲ ਦੇ ਵਿੱਚ ਇਹ ਲਾਂਘਾ ਖੋਲ੍ਹਿਆ। ਪਰ ਲਾਂਘੇ ਖੋਲ੍ਹਣ ਵਾਸਤੇ ਤਾਂ ਬਹੁਤ ਸਾਰੇ ਲੋਕ ਆਪਣਾ ਪਾ ਰਹੇ ਨੇ ਯੋਗਦਾਨ। ਦੇਖੋ, ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੋ ਮਰਜ਼ੀ ਕਹਿ ਦਿਓ, ਮੈਂ ਕਹਿੰਦਾ ਜੀ ਮੈਂ ਵੀ ਅਰਦਾਸ ਕੀਤੀ ਸੀਗੀ, ਫਲਾਣੇ ਨੇ ਵੀ ਅਰਦਾਸ ਕੀਤੀ ਸੀ, ਤਾਂ ਮੇਰੀ ਅਰਦਾਸ ਤੋਂ ਬਗੈਰ ਤਾਂ ਹੋਇਆ ਹੀ ਨਹੀਂ। ਇਹ ਮੁੱਦਾ ਸੀਗਾ ਪੰਜਾਬ ਦੇ ਕੋਲ, ਪੰਜਾਬ ਦੇ ਸਿੱਖਾਂ ਦਾ, ਪੰਜਾਬ ਦੇ ਰਿਲੀਜੀਅਸ ਜਿਹੜੇ ਆਗੂ ਨੇ ਉਹਨਾਂ ਦਾ ਇਹ ਮੁੱਦਾ ਸੀਗਾ ਇਹ। ਲੇਕਿਨ ਉਸ ਮੁੱਦੇ ਨੂੰ ਜਿਹੜੀ ਅਸਲੀਅਤ ਜਿਹੜੇ ਉਹਨਾਂ ਨੇ ਇੰਪਲੀਮੈਂਟੇਸ਼ਨ ਤਾਂ ਸੈਂਟਰਲ ਗਵਰਨਮੈਂਟ ਨੇ ਕੀਤੀ, ਉਹਦਾ ਕ੍ਰੈਡਿਟ ਤਾਂ ਬੀਜੇਪੀ ਗਵਰਨਮੈਂਟ ਨੂੰ ਜਾਏਗਾ ਨਾ। ਤੇ ਕਿਵੇਂ ਹੁਣ ਆਵਾਜ਼ ਅਦਰਵਾਈਜ਼ ਦੇ ਕੁਡ ਹੈਵ ਸਟਾਪਡ ਇਟ। ਆਵਾਜ਼ ਇਹ ਵੀ ਉੱਠਣ ਲੱਗੀ ਸੀ ਕਿ ਪਾਕਿਸਤਾਨ ਦੇ ਨਾਲ ਜਿਹੜਾ ਬਿਜ਼ਨਸ ਕੀਤਾ ਜਾਵੇ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਪਾਕਿਸਤਾਨ ਵਾਲਾ ਬੜਾ ਸੈਂਸਿਟਿਵ ਮੈਟਰ ਹੈ। ਦਿਸ ਇਜ਼ ਅ ਮੈਟਰ ਵਿਚ ਟੂ ਬੀ ਡਿਸਕਸਡ ਔਨ ਅਪਰ ਲੈਵਲ। ਸੋ ਦੇਰ ਆਰ ਸੋ ਮੈਨੀ ਇਸ਼ੂਜ਼ ਜਿਹੜੀਆਂ ਪਾਕਿਸਤਾਨ ਦੇ ਵਿੱਚ ਸਾਡੀਆਂ ਇਨਫਿਲਟ੍ਰੇਸ਼ਨਸ, ਉਹਨਾਂ ਦੇ ਇੱਧਰ ਸਾਡੇ ਉੱਧਰ, ਉਹ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ, ਗੋਲੀਬਾਜ਼ੀ ਚੱਲਦੀ ਰਹਿੰਦੀ ਹੈ। ਇਹ ਇਸ ਵੇਲੇ ਕੰਡਿਊਸਿਵ ਟਾਈਮ ਨਹੀਂ ਹੈਗਾ ਗਾ ਟ੍ਰੇਡ ਕਰਨ ਦਾ, ਲੇਕਿਨ ਟ੍ਰੇਡ ਹੋਣਾ ਵੀ ਬੜਾ ਜ਼ਰੂਰੀ ਹੈ। ਜੇ ਹੋ ਜਾਏ, ਦੋਨੋਂ ਮੁਲਕ ਇਸ ਚੀਜ਼ 'ਤੇ ਫੈਸਲਾ ਕਰ ਲੈਣ, ਇੱਕ ਕੋਈ ਐਸੀ ਸੰਧੀ ਹੋ ਜੇ ਜਿਹਦੇ ਨਾਲ ਦੋਨਾਂ ਮੁਲਕਾਂ ਨੂੰ ਫਾਇਦਾ ਵੀ ਹੋ ਸਕਦਾ ਹੈ। ਅੱਛਾ, ਕਿਵੇਂ ਦੇਖਦੇ ਹੋ? ਕਿਉਂਕਿ ਜਦ ਆਪਾਂ ਬਹੁਤ ਸਾਰੀ ਇਸ ਵੇਲੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਨੇ, ਮੌਜੂਦਾ ਹਾਲਾਤ ਇਸ ਵੇਲੇ ਅਗਰ ਗੱਲ ਕਰੀਏ, ਕਿਸਾਨੀ ਅੰਦੋਲਨ ਖਤਮ ਹੋਣ ਤੋਂ ਪਹਿਲਾਂ ਕੁਝ ਹੋਰ ਸੀਗੇ। ਭਾਜਪਾ ਦੇ ਨੇਤਾਵਾਂ ਦੇ ਨਾਲ, ਵਰਕਰਸ ਲੀਡਰਸ ਦੇ ਨਾਲ ਉਹ ਕੁਝ ਹੋਇਆ ਜੋ ਸ਼ਾਇਦ ਆਮ ਲੋਕ ਵੀ ਕਦੇ ਸੋਚ ਨਹੀਂ ਸਕਦੇ ਸਨ, ਕਿਉਂਕਿ ਉਹ ਭਾਜਪਾ ਦੇ ਨਾਲ ਜੁੜੇ ਸਨ। ਦੇਖੋ, ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਲੇਕਿਨ ਤੁਸੀਂ ਦੇਖੋ ਟੀਚਰਸ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਦੇਖੋ ਹੈਲਥ ਵਰਕਰਸ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਦੇਖੋ ਜਿਹੜੇ ਪੀਟੀਆਈ ਟੀਚਰਸ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਦੇਖੋ ਆਂਗਨਵਾੜੀ ਜਿਹੜੇ ਵਰਕਰਸ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਦੇਖੋ ਰੈਵਨਿਊ ਡਿਪਾਰਟਮੈਂਟ ਦੇ ਲੋਕ ਪ੍ਰੋਟੈਸਟ ਕਰ ਰਹੇ ਨੇ। ਜਿਸ ਤਰ੍ਹਾਂ ਉਹ ਪ੍ਰੋਟੈਸਟ ਸੀ, ਇਹ ਛੋਟੇ ਮਾਧਮ ਤੇ ਉਹ ਵੱਡਾ ਸੀਗਾ ਕਿਉਂਕਿ ਕਿਸਾਨਾਂ ਦਾ ਮਸਲਾ ਸੀ। ਇਟਸ ਅ ਬਿਗ ਇਸ਼ੂ। ਪੰਜਾਬ ਹਰਿਆਣੇ ਦਾ ਸੀ, ਫਿਰ ਹੌਲੀ ਹੌਲੀ ਸਾਰੇ ਹਿੰਦੁਸਤਾਨ ਦਾ ਮਸਲਾ ਬਣ ਗਿਆ।
ਉਹਦੇ 'ਚ ਕੁਝ ਐਸੇ ਹਾਦਸੇ ਵੀ ਹੁੰਦੇ ਨੇ, ਹੋਏ ਨੇ, ਲੇਕਿਨ ਕ੍ਰੈਡਿਟ ਫਿਰ ਇਹ ਜਾਂਦਾ ਹੈ ਕਿ ਮੈਂ ਤਾਂ ਇਹ ਕਹਾਂਗਾ ਕਿ ਭਾਜਪਾ ਨੇ ਉਸ ਮੁੱਦਿਆਂ ਨੂੰ ਸਮਝਿਆ। ਬੇਸ਼ੱਕ ਸਮਝਣ ਨੂੰ ਦੇਰ ਲੱਗੀ, ਬੇਸ਼ੱਕ ਉਹ ਸਮਝਣ ਵਾਸਤੇ ਕਈ ਨੁਕਸਾਨ ਵੀ ਹੋਏ, ਲੇਕਿਨ ਆਖਿਰ ਉਹਨਾਂ ਨੇ ਸਮਝ ਕੇ ਉਹਨਾਂ ਨੇ ਉਹ ਮੁੱਦੇ ਹੱਲ ਵੀ ਕੀਤੇ। ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਕਿਸਾਨਾਂ ਕੋਲੋਂ, ਦੇਸ਼ ਦੇ ਕਿਸਾਨਾਂ ਕੋਲੋਂ ਗੁਰੂ ਨਾਨਕ ਸਾਹਿਬ ਤੇ ਗੁਰਪੁਰਬ ਵਾਲੇ ਦਿਨ ਮਾਫੀ ਵੀ ਮੰਗੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਇਹ ਵੀ ਨਹੀਂ ਭੁੱਲਣੀਆਂ ਚਾਹੀਦੀਆਂ। ਇਸ ਵੇਲੇ ਅੰਦੋਲਨ ਬਹੁਤ ਚੱਲ ਰਹੇ ਨੇ, ਵਿਰੋਧ ਬਹੁਤ ਚੱਲ ਰਹੇ ਨੇ ਪੰਜਾਬ ਕਾਂਗਰਸ ਦੇ ਖਿਲਾਫ, ਕਿਵੇਂ ਦੇਖਦੇ ਹੋ ਕਿ ਸਿਰਫ ਐਲਾਨ ਕਰਨ ਦੇ ਨਾਲ ਕਾਂਗਰਸ ਸਾਖ ਬਚਾ ਪਾਊਗੀ? ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਇਹ ਮੌਸਮ ਜੋ ਹੈ ਐਲਾਨਾਂ ਦਾ ਹੈ। ਜਦੋਂ ਇਲੈਕਸ਼ਨਸ ਆਉਂਦੇ ਨੇ, ਕੱਲੀ ਕਾਂਗਰਸ ਗਵਰਨਮੈਂਟ ਨਹੀਂ, ਪਹਿਲਾਂ ਵੀ ਕਈ ਜਿਹੜੀਆਂ ਗਵਰਨਮੈਂਟਸ ਨੇ ਐਲਾਨ ਕਰਦੀਆਂ ਨੇ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਤੇ ਲੋਕ ਰਾਜ਼ੀ ਹੁੰਦੇ ਨੇ, ਐਲਾਨਾਂ ਨਾਲ ਨਹੀਂ ਰਾਜ਼ੀ ਹੁੰਦੇ। ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸਾਡੇ ਨਾਲ ਰਾਣਾ ਗੁਰਮੀਤ ਜੀ, ਜੋ ਦੱਸ ਰਹੇ ਸਨ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਹੋਵੇਗਾ, ਕਿ ਇਹ ਪੰਜਾਬ ਜੋ ਹੈ ਕਿੰਨਾ ਕੁ ਬਿਹਤਰ ਹੋਵੇਗਾ, ਇਹ ਨਵਾਂ ਪੰਜਾਬ, ਕਿਉਂਕਿ ਬਹੁਤ ਸਾਰੀ ਪਾਰਟੀਆਂ ਆਪਣਾ ਨਵਾਂ ਪੰਜਾਬ ਦਾ ਮਾਡਲ ਲੈ ਕੇ ਆ ਰਹੀ, ਲੋਕਾਂ ਦੇ ਹਿੱਤ ਲਈ ਕੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ। ਸਤਿ ਸ਼੍ਰੀ ਅਕਾਲ।